परम सत्कारयोग सतगुरां दी साजी निवाजी गुरु रूप प्यारी गुरु सवारी साध संगत जी, नितनेम कर्मानुसार परमेश्वर दे घर दे विच आपो अपनियां हाजरियां लवा करके गुरु दा जस गुरु दा सिमरन बंदगी जीवन दे कुछ पल सफलियां करन वास्ते गुरु दरबार विच पहुँचते हाँ। गुरु द्वारे होए सोझी पाए सी, सोझी लैन वास्ते कि परमेश्वर ने इस संसार दे विच सानू भेजिया किस काम वास्ते है, ते संसार दे विच असी कर की रहे हैं। किन्ना वधिया जीवन परमात्मा ने सानू बख्शिया है। ऐसे बहुत वधिया जीवन दी मनुखता ने किन्नी बर्बादी कीती हुई है। परमात्मा ने गुरु दा घर गुरु दा द्वारा मनुखता दे ज्ञान लैण वास्ते तैयार किया है। ज्ञान परमेश्वर दा जिहड़े सिमरन दे विच जुड़ जांदे ने, क्योंकि बिना सिमरन तो जिन्ने मनुख दे उद्यम उपराले ने ये सारे दे सारे निफल चले जाते ने। जपो तां एको नामा अवर निराफल कामा। जिन्ने भी उद्यम उपराले करता है बिना जप तो ये निफल चले जाते हैं। बिना जप तो कीती हुई सेवा मनुख नूं हंकारी बना दिंदी है। बिना जप तो इकट्ठा किया होया ज्ञान मनुख नूं बहुत वड्डा हंकारी बना दिंदा है। बिना जप तो मनुखता ने जितने कोई गुरबाणी पढ़ते ने, गुरबाणी सुनन वाले ने, ऐ सब दे सब हंकारी हो जाते ने। मूल गल है जप। बिना जप तो मनुख दे सारे उद्यम उपराले सब निफल ने। जप करके मनुख दी कीती हुई सेवा समाज दे विच इंज चलदी है जिवें रात दे समय चंद्रमा दी रोशनी कम करदी है। बड़ी मिठी ते प्यारी रोशनी है। जप करके मनुख दा इकट्ठा किया होया ज्ञान समाज वास्ते इंज तैयार हो जाता है जिवें सूरज दा चानना सब नूं मिलदा है। ते सावी सूरज दे चानने थले अपने काम धंधे करते ने।
ਜਪ ਕਰਕੇ ਇਕੱਠਾ ਕੀਤਾ ਹੋਇਆ ਗਿਆਨ, ਮਨੁੱਖ ਦੇ ਕੋਲ ਐਸਾ ਗਿਆਨ ਹੈ ਜਿਵੇਂ ਪਹਾੜਾਂ ਦੀਆਂ ਕੰਦਰਾਂ ਦੇ ਵਿੱਚੋਂ ਝਰਨੇ ਫੁੱਟਦੇ ਨੇ। ਉਹ ਝਰਨਾ ਫਿਰ ਸਭ ਨੂੰ ਜੀਵਨ ਦਾਨ ਬਖਸ਼ਦਾ ਹੈ। ਜਪ ਦੇ ਨਾਲ ਤੇ ਇਹ ਕਰਮ ਹੁੰਦੇ ਨੇ, ਬਿਨਾਂ ਨਾਮ ਜਪਿਆਂ ਤੋਂ ਮਨੁੱਖ ਹੰਕਾਰੀ ਹੋ ਜਾਂਦਾ ਹੈ। ਹਮੇਸ਼ਾ ਹੰਕਾਰ ਦੀ ਲਪੇਟ ਦੇ ਵਿੱਚ ਰਹਿੰਦਾ ਹੈ। ਜਪ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ ਔਰ ਇਸ ਜ਼ਿੰਦਗੀ ਦੇ ਕੀਤੇ ਹੋਏ ਕਰਮ ਸਭ ਦੇ ਸਭ ਅਧੂਰੇ ਨੇ। ਅਗਰਵਾਈਜ਼ ਇਸ ਦੇ ਕੋਲ ਜਪ ਹੈ ਤੇ ਜਪ ਦੇ ਕਾਰਨ ਕਰਕੇ ਇਸ ਦੀ ਜ਼ਿੰਦਗੀ ਜਿਹੜੀ ਹੈ ਉਹ ਬੜੀ ਹੀ ਸੁਹਾਵਣੀ ਬਣ ਜਾਂਦੀ ਹੈ, ਸੁਚੱਜੇ ਢੰਗ ਦੀ ਜ਼ਿੰਦਗੀ ਬਣ ਜਾਂਦੀ ਹੈ। ਫਿਰ ਇਹਦਾ ਜੀਵਨ ਜਿਹੜਾ ਹੈ ਉਹ ਪਰਮਹੰਸ ਵਾਲਾ ਜੀਵਨ ਬਣ ਜਾਂਦਾ ਹੈ। ਪਰਮਹੰਸ ਦੇ ਹੰਸ 4 ਪ੍ਰਕਾਰ ਦੇ ਮੰਨੇ ਗਏ ਨੇ। ਚੌਥਾ ਹੈ ਪਰਮਹੰਸ। ਪਰਮਹੰਸ ਦਾ ਇੱਕ ਜੀਵਨ ਹੈ ਕਿ ਉਹ ਮਾਨ ਸਰੋਵਰ ਤੇ ਸੁੱਚੇ ਮੋਤੀ ਦੀ ਤਲਾਸ਼ ਵਿੱਚ ਬਹਿੰਦਾ ਹੈ ਤੇ ਉਹ ਤਲਾਸ਼ ਵਿੱਚ ਬੈਠਾ ਕਈ ਵਾਰੀ ਉਸ ਨੂੰ ਮਹੀਨਾ, 2 ਮਹੀਨੇ, 4, 6 ਮਹੀਨੇ, ਸਾਲ ਤੱਕ ਵੀ ਲੱਗ ਜਾਂਦਾ ਹੈ, ਕਿਉਂਕਿ ਮਾਨ ਸਰੋਵਰ ਦੇ ਵਿੱਚੋਂ ਕੋਈ ਛੱਲ ਆਵੇਗੀ, ਉਹ ਛੱਲ ਦੇ ਵਿੱਚ ਕੋਈ ਸੁੱਚਾ ਮੋਤੀ ਆਵੇਗਾ ਤੇ ਇਹ ਸੁੱਚਾ ਮੋਤੀ ਜਿਹੜਾ ਹੈ ਇਹਨੂੰ ਪਰਮਹੰਸ ਚੁੱਕੇਗਾ। ਬਿਨਾਂ ਸੁੱਚੇ ਮੋਤੀ ਤੋਂ ਇਹ ਪਰਮਹੰਸ ਕਿਸੇ ਵੀ ਦੂਸਰੀ ਵਸਤੂ ਤੇ ਆਪਣੀ ਚੁੰਝ ਨਹੀਂ ਮਾਰਦਾ। ਇਹ ਉਸ ਦਾ ਜੀਵਨ ਹੈ। ਭਾਵੇਂ ਕਿੰਨਾ ਵੀ ਸਮਾਂ ਲੰਘ ਜਾਵੇ, ਮਾਨ ਸਰੋਵਰ ਤੇ ਬੈਠਾ ਹੀ ਰਹਿੰਦਾ ਆਪਣੀ ਟਿਕਟਿਕਾ ਲਗਾ ਕੇ। ਤੇ ਉਸ ਤੋਂ ਜਦ ਉਹਨੂੰ ਕੋਈ ਲੰਮੇ ਸਮੇਂ ਤੋਂ ਬਾਅਦ ਸੁੱਚਾ ਮੋਤੀ ਮਿਲਿਆ, ਉਹਨੂੰ ਫਿਰ ਇਹ ਪਰਮਹੰਸ ਚੁੱਕ ਲੈਂਦਾ ਹੈ। ਚੁੱਕ ਕੇ ਉਹਨੂੰ ਆਪਣੀ ਰਸਨਾ ਤੇ ਰੱਖ ਕੇ ਉਹਨੂੰ ਛਕ ਕੇ ਤੇ ਆਪਣੇ ਪੇਟ ਦੇ ਵਿੱਚ ਲਿਜਾ ਕੇ ਉਹਦੀ ਗੰਦਗੀ ਨਹੀਂ ਬਣਾਉਂਦਾ, ਕਿਉਂਕਿ ਜੋ ਵੀ ਮਨੁੱਖ ਦੇ ਗਲ ਤੋਂ ਚੀਜ਼ ਥੱਲੇ ਲੰਘ ਜਾਵੇ, ਅਕਸਰ ਉਹਦਾ ਕੁਝ ਨਾ ਕੁਝ ਹਿੱਸਾ, ਜਿਹੜੀ ਤਾਕਤ ਹੈ ਉਹ ਸਰੀਰ ਨੂੰ ਮਿਲਦੀ ਹੈ। ਬਹੁਤੀ ਸਾਰੀਆਂ ਵਸਤੂਆਂ ਜਿਹੜੀਆਂ ਨੇ ਇਹ ਗੰਦਗੀ ਦਾ ਰੂਪ ਧਾਰਨ ਕਰ ਲੈਂਦੀਆਂ ਨੇ। ਸਰੀਰ ਦੀ ਬਣਤਰ ਪਰਮਾਤਮਾ ਨੇ ਇਸੇ ਬਣਾਈ ਹੈ ਤੇ ਜੋ ਵੀ ਮਨੁੱਖਤਾ ਦੇ ਅੰਦਰ ਗਲ ਤੋਂ ਥੱਲੇ ਚੀਜ਼ ਚਲੀ ਗਈ, ਅਕਸਰ ਉਹ ਗੰਦਗੀ ਦਾ ਰੂਪ ਬਣਦੀ ਹੈ। ਤੇ ਪਰਮਾਤਮਾ ਨੇ ਕੁਦਰਤੀ ਨਿਯਮਾਂ ਦੇ ਵਿੱਚ ਮਨੁੱਖਤਾ ਨੂੰ ਜਿੰਨਾ ਭੋਜਨ ਬਖਸ਼ਿਸ਼ ਕੀਤਾ ਹੈ, ਇਹ ਭੋਜਨ ਛਕਦਾ ਹੈ, ਜਿੰਨਾ ਕੁ ਹਿੱਸਾ ਤਾਕਤ ਸਰੀਰ ਨੂੰ ਚਾਹੀਦੀ ਹੈ ਉਹ ਮਿਲ ਜਾਂਦੀ ਹੈ, ਬਾਕੀ ਸਾਰਾ ਗੰਦਗੀ ਦੇ ਰੂਪ ਦੇ ਵਿੱਚ ਨਿਕਲ ਜਾਂਦਾ ਹੈ।
ਇਹ ਰੱਬੀ ਨਿਯਮ ਨੇ, ਰੱਬੀ ਨਿਯਮ ਨੇ। ਮਨੁੱਖ ਦਾ ਭੋਜਨ ਛਕਣਾ ਤੇ ਮਨੁੱਖਤਾ ਦਾ ਸਰੀਰ ਨੂੰ ਤਾਕਤ ਮਿਲਣੀ, ਵਾਧੂ ਫਾਲਤੂ ਭੋਜਨ ਇਸ ਦਾ ਗੰਦਗੀ ਦੇ ਰੂਪ ਦੇ ਵਿੱਚ ਨਿਕਲ ਜਾਣਾ। ਜਿਹੜੇ ਸੁਚੱਜੇ ਢੰਗ ਦੇ ਗੁਰਮੁਖ ਗੁਰਸਿੱਖ ਪਿਆਰੇ ਨੇ, ਉਹ ਜਦ ਗੁਰੂ ਦੇ ਘਰ ਦੇ ਵਿੱਚੋਂ ਕਿਰਪਾ ਲੈਂਦੇ ਨੇ ਨਾ ਪਰਮਾਤਮਾ ਦੀ, ਜਿਸ ਨੂੰ ਅਸੀਂ ਪ੍ਰਸ਼ਾਦ ਕਹਿੰਦੇ ਹਾਂ। ਇੱਕ ਗੁਰਬਾਣੀ ਦੇ ਵਿੱਚ ਆਇਆ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਪ੍ਰਸਾਦ ਕਿਰਪਾ ਪਰਮਾਤਮਾ ਦੀ, ਇੱਕ ਪ੍ਰਸ਼ਾਦ ਜਿਹੜਾ ਗੁਰੂ ਦੇ ਘਰ ਦੇ ਵਿੱਚੋਂ ਅਰਦਾਸ ਤੋਂ ਬਾਅਦ, ਹੁਕਮਨਾਮੇ ਤੋਂ ਬਾਅਦ ਸੰਗਤ ਵਿੱਚ ਵਰਤਾਇਆ ਜਾਂਦਾ ਹੈ। ਤੋ ਗੁਰਮੁਖ ਸੱਜਣ ਜਨ ਇਹ ਜਿਹੜਾ ਪ੍ਰਸ਼ਾਦ ਲੈਂਦੇ ਨੇ ਨਾ, ਉਹ ਬਿਲਕੁਲ ਹੀ ਕਿਨਕਾ ਭਰ ਲੈਂਦੇ ਨੇ, ਕਿਨਕਾ ਭਰ, ਤਾਂ ਕਿ ਇਸ ਪ੍ਰਸ਼ਾਦ ਦੇ ਨਾਲ ਰਸਨਾ ਜਿਹੜੀ ਹੈ ਉਹ ਪਵਿੱਤਰ ਹੋ ਜੇ, ਇਹ ਕੰਠ ਗਲੇ ਤੋਂ ਜਾ ਕੇ ਗੰਦਗੀ ਦਾ ਰੂਪ ਨਾ ਬਣੇ। ਐਸੇ ਗੁਰਮੁਖ ਜਨ ਜਿਹੜੇ ਨੇ ਭਾਗਾਂ ਵਾਲੇ ਗੁਰਮੁਖ ਸਨ, ਉਹਨਾਂ ਨੂੰ ਕਿਹਾ ਜਾਂਦਾ ਹੈ। ਵਰਨਾ ਤੇ ਮਨੁੱਖ ਲਾਲਚ ਦੇ ਵਸ ਦੇ ਵਿੱਚ ਹੋ ਕੇ ਕਿਤੇ ਬੜਾ ਪ੍ਰਸ਼ਾਦ ਛਕਦਾ ਹੈ, ਬੜਾ ਛਕਦਾ ਹੈ। ਬੜਾ ਖੁੱਲੇ ਤਰੀਕੇ ਦੇ ਨਾਲ ਛਕਦਾ ਹੈ। ਬਹੁਤੇ ਤੇ ਐਸੇ ਵੀ ਨੇ, ਜਦ ਕੋਈ ਪ੍ਰਸ਼ਾਦ ਬਚ ਜਾਵੇ ਤੇ ਫਿਰ ਉਸ ਨੂੰ ਗਰਮ ਕਰਕੇ ਵਾਰੀ ਵਾਰੀ ਰੱਜ ਰੱਜ ਕੇ ਛਕਦੇ ਨੇ। ਗੁਰਮੁਖ ਸੱਜਣ ਜੜ ਜਿਹੜੇ ਨੇ, ਉਹ ਬਿਲਕੁਲ ਇੱਕ ਕਿਨਕਾ ਰੱਤੀ ਭਰ ਲੈਂਦੇ ਨੇ। ਪਰ ਕਰਿਆ ਕੀ ਜਾਵੇ, ਜੇ ਕੋਈ ਰੱਤੀ ਭਰ ਕਿਣਕਾ ਕਹਿ ਦੇ ਕਿ ਕਿਣਕਾ ਦੇ ਦੇ, ਇਹ ਦੂਸਰੇ ਦੇਖਣ ਵਾਲੇ ਕਹਿ ਦਿੰਦੇ ਨੇ ਨਖਰੇ ਕਰਦਾ। ਦੁਨੀਆ ਦੇ ਜੋ ਦੋਨੇ ਪਾਸੇ ਦੰਦੇ ਹੋਏ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਕਿਰਪਾ ਹੋਈ ਪਰਮਾਤਮਾ ਦੀ, ਇਹ ਪਰਮਹੰਸ ਨੂੰ ਸੁੱਚਾ ਮੋਤੀ ਮਿਲਿਆ। ਉਹਨੂੰ ਆਪਣੇ ਰਸਨਾ ਤੇ ਰੱਖ ਕੇ ਵਾਰੀ ਵਾਰੀ ਪਲਟੇ ਮਰਵਾਉਂਦਾ ਹੈ। ਉੱਪਰ ਨੂੰ ਉਛਾਲਦਾ ਹੈ, ਫਿਰ ਰਸਨਾ ਤੇ ਲਿਆਉਂਦਾ ਹੈ, ਫਿਰ ਉਛਾਲਦਾ, ਫਿਰ ਰਸਨਾ ਤੇ ਲਿਆਉਂਦਾ ਹੈ। ਇਹ ਪਰਮਹੰਸ ਦਾ ਜੀਵਨ ਹੈ। ਇੱਕ ਸੁੱਚਾ ਮੋਤੀ ਮਿਲਿਆ, ਉਹ ਸੁੱਚੇ ਮੋਤੀ ਤੋਂ ਲੱਖਾਂ ਬਲੌਰ ਪੈਦਾ ਕਰ ਦਿੰਦਾ ਹੈ ਪਰਮਹੰਸ। ਜਿਹੜੇ ਗੁਰਮੁਖ ਸੱਜਣ ਜਨ ਨੇ, ਗੁਰਮੁਖਾਂ ਦਾ ਜੀਵਨ ਗੁਰੂ ਸਾਹਿਬ ਜੀ ਮਹਾਰਾਜ ਨੇ ਇਹ ਪਰਮਹੰਸ ਵਰਗਾ ਜੀਵਨ ਗੁਰਮੁਖ ਜਨ ਨੂੰ ਬਖਸ਼ਿਆ। ਪਰਮਹੰਸ ਵਰਗਾ ਇੱਕੋ ਜਗ੍ਹਾ ਤੇ ਟਿਕ ਟਿਕਾ ਲਾ ਕੇ ਬੈਠਾ ਰਹੀਂ, ਸਿਮਰਨ ਕਰਦਾ ਰਹੀਂ। ਜਿਵੇਂ ਜਿਵੇਂ ਸਿਮਰਨ ਕਰਦਾ ਜਾਵੇਗਾ, ਉਵੇਂ ਉਵੇਂ ਤੇਰੇ ਵਾਸਤੇ ਰਸਤੇ ਖੁੱਲ੍ਹਦੇ ਜਾਣਗੇ, ਉਵੇਂ ਉਵੇਂ ਰਸਤੇ ਖੁੱਲ੍ਹਦੇ ਜਾਣਗੇ। ਬਹੁਤੇ ਮਨੁੱਖਾਂ ਦੀ ਜ਼ਿੰਦਗੀ ਐਸੀ ਘੇਰਿਆਂ ਦੇ ਵਿੱਚ ਆ ਜਾਂਦੀ ਹੈ ਕਿ ਸਾਰੇ ਦੇ ਸਾਰੇ ਜ਼ਿੰਦਗੀ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ। ਸਾਰੇ ਦਰਵਾਜ਼ੇ, ਸਾਰੇ ਹੀ ਦਰਵਾਜ਼ੇ ਜਦੋਂ ਬੰਦ ਹੋ ਜਾਂਦੇ ਨੇ, ਐਸੇ ਮਨੁੱਖ ਬਹੁਤੇ ਦੁੱਖਾਂ ਦੀ ਮਾਰ ਨੂੰ ਝੱਲ ਨਹੀਂ ਸਕਦੇ। ਬਹੁਤੇ ਕਰ ਜਾਂਦੇ ਨੇ ਆਤਮ ਹੱਤਿਆ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜਿਵੇਂ ਜਿਵੇਂ ਜਪ ਕਰੇਗਾ, ਬਿਨਾਂ ਚੱਲਣ ਤੋਂ ਕੋਈ ਰਸਤਾ ਨਹੀਂ ਹੈ, ਬਿਨਾਂ ਚੱਲਣ ਤੋਂ ਕੋਈ ਰਸਤਾ ਨਹੀਂ ਹੈ। ਆਪਣੇ ਘਰ ਦੇ ਵਿੱਚ ਬੰਦਾ ਬੈਠਾ ਹੈ ਤੇ ਬੈਠਾ ਰਵੇ। ਰਸਤੇ ਤੇ ਸਾਰੇ ਨੇ, ਪਰ ਉਹਦੇ ਵਾਸਤੇ ਕੋਈ ਰਸਤਾ ਨਹੀਂ ਹੈ ਜੋ ਆਪਣੇ ਘਰ ਦੇ ਵਿੱਚ ਹੀ ਬੈਠਾ ਹੈ। ਜਦ ਚੱਲੇਗਾ ਤੇ ਚਲਦਿਆਂ ਚਲਦਿਆਂ ਰਸਤਾ ਉਹਦੇ ਵਾਸਤੇ ਤਿਆਰ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜਦ ਤੋਂ ਸਿਮਰਨ ਬੰਦਗੀ ਕਰੇਗਾ ਨਾ,
ਤੇ ਫਿਰ ਇਹ ਰਸਤਾ ਜਿਹੜਾ ਹੈ ਤੇਰੇ ਵਾਸਤੇ ਖੁੱਲਦਾ ਜਾਵੇਗਾ, ਖੁੱਲਦਾ ਜਾਵੇਗਾ। ਇਹ ਰਸਤਾ ਐਸਾ ਖੁੱਲ ਜਾਵੇਗਾ ਇੱਕ ਦਿਨ ਕਿ ਜਿਸ ਤਰ੍ਹਾਂ ਪੰਛੀਆਂ ਵਾਸਤੇ ਕੋਈ ਮਾਰਗ ਨਹੀਂ ਹੈ, ਕੋਈ ਉਹਨਾਂ ਵਾਸਤੇ ਮੀਲ ਪੱਥਰ ਨਹੀਂ ਲੱਗੇ ਹੋਏ, ਤੇ ਪਰ ਜੇ ਸੁਬਾਹ ਤੋਂ ਲੈ ਕੇ ਆਪਣੇ ਘਰੋਂ ਚੱਲੇ ਨੇ, ਸ਼ਾਮ ਨੂੰ ਉਹਨਾਂ ਵਾਸਤੇ ਪਰਮਾਤਮਾ ਇਹੋ ਜਿਹਾ ਰਸਤਾ ਅਖਤਿਆਰ ਕਰ ਦਿੰਦਾ ਕਿ ਆਪਣੇ ਆਹਲਿਆਂ ਵਿੱਚ ਆ ਜਾਂਦੇ ਨੇ। ਉਹਨਾਂ ਨੂੰ ਗਿਆਨ ਕੌਣ ਦੇ ਜਾਂਦਾ ਹੈ? ਕੋਈ ਮੀਲ ਪੱਥਰ ਨਹੀਂ ਹੈ, ਕੋਈ ਉਹਨਾਂ ਵਾਸਤੇ ਸੜਕ ਨਹੀਂ ਬਣੀ ਹੋਈ। ਬਹੁਤੇ ਪੰਛੀ ਤੇ ਐਸੇ ਵੀ ਨੇ ਜਿਹੜੇ ਲੱਖਾਂ ਲੱਖਾਂ ਮੀਲ ਸਫ਼ਰ ਤੈਅ ਕਰ ਦਿੰਦੇ ਨੇ। ਬੜੇ ਪੰਛੀ ਐਸੇ ਨੇ, ਉਹ ਸੁਰਤ ਕਰਕੇ ਜਿਹੜਾ ਹੈ ਉਹ ਰਸਤੇ ਦਾ ਖੁੱਲ੍ਹ ਜਾਂਦਾ ਹੈ। ਜਿਸ ਤਰ੍ਹਾਂ ਗੁਰਮੁਖ ਜਨ ਜਦੋਂ ਸ਼ਬਦ ਅਭਿਆਸ ਕਰਦੇ ਨੇ, ਜਿਹੜੇ ਜਪ ਕਰਦੇ ਨੇ, ਉਹਨਾਂ ਵਾਸਤੇ ਰਸਤੇ ਖੁੱਲ੍ਹਦੇ ਨੇ। ਦੂਸਰੇ ਰਸਤੇ ਭਾਵੇਂ ਬੰਦ ਹੁੰਦੇ ਤੁਰੇ ਜਾਣ ਦੁਨੀਆਦਾਰੀ ਦੇ, ਪਰ ਅਕਾਲ ਪੁਰਖ ਮਹਾਰਾਜ ਜੀ ਉਹਨਾਂ ਵਾਸਤੇ ਆਪ ਰਸਤੇ ਤਿਆਰ ਕਰਦੇ ਨੇ। ਉਹ ਐਸਾ ਰਸਤਾ ਤਿਆਰ ਕਰ ਦਿੰਦੇ ਨੇ ਜਿਹਦੇ ਵਿੱਚ ਕੋਈ ਮੀਲ ਪੱਥਰ ਲਾਉਣ ਦੀ ਲੋੜ ਨਹੀਂ ਹੈ। ਸੁਰਤ ਦਾ ਮਾਰਗ, ਜਿਹਨੂੰ ਸੁਰਤ ਦਾ ਮਾਰਗ ਕਹਿੰਦੇ ਆ। ਬਹੁਤੇ ਗੁਰਮੁਖ ਸੱਜਣ ਜਨ, ਉਹਨਾਂ ਦੇ ਆਪਣੇ ਵਿਚਾਰਧਾਰਾ ਹੁੰਦੀ ਹੈ ਕਿ ਪਰਮਾਤਮਾ ਦੀ ਲੰਮਾ ਟਾਈਮ ਸੇਵਾ ਕੀਤੀ ਹੈ, ਲੰਮਾ ਟਾਈਮ ਪਰਮਾਤਮਾ ਦੇ ਘਰ ਦਾ ਇਹ ਕੁੱਤਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਬਿਨਾਂ ਜਪ ਤੋਂ ਤੇਰੇ ਸਾਰੇ ਦੇ ਸਾਰੇ ਕੰਮ ਅਧੂਰੇ ਨੇ, ਔਰ ਐਸੀ ਕੰਮ ਵੀ ਕੀ ਕਰਨਾ ਜਿਹੜਾ ਕੰਮ ਸਾਨੂੰ ਹੰਕਾਰੀ ਬਣਾ ਕੇ ਰੱਖ ਦੇਵੇ, ਅਭਿਮਾਨੀ ਬਣਾ ਕੇ ਰੱਖ ਦੇਵੇ। ਐਸਾ ਕਰਮ ਨਹੀਂ ਕਰਨਾ। ਤੋਂ ਪਹਿਲਾ ਪੁਆਇੰਟ ਹੈ ਜਪ। ਜਦੋਂ ਜਪ ਮਨੁੱਖ ਕਰਦਾ ਤੇ ਉਦੋਂ ਮਨੁੱਖ ਵਾਸਤੇ, ਮਨੁੱਖ ਦਾ ਵਾਸਤੇ ਇੱਕ ਸਪੈਸ਼ਲ ਰਸਤੇ ਪਰਮਾਤਮਾ ਖੋਲ੍ਹਦੇ ਨੇ। ਪਰ ਉਹ ਖੁੱਲ੍ਹਦੇ ਹੀ ਉਦੋਂ ਨੇ ਜਦੋਂ ਜਪ ਕਰਦਾ ਹੈ, ਤੇ ਪਤਾ ਵੀ ਉਹਨਾਂ ਰਸਤਿਆਂ ਦਾ ਉਹਨਾਂ ਨੂੰ ਹੈ ਜਿਹੜੇ ਜਪ ਕਰਦੇ ਨੇ। ਦੂਸਰੇ ਤੇ ਗੱਲਾਂ ਵਾਲੇ ਹੈਨ ਘਨੇਰੇ, ਦੂਸਰੇ ਤੇ ਸਿਰਫ ਗੱਲਾਂ ਕਰਦੇ ਨੇ। ਗੁਰਮੁਖ ਸੱਜਣ ਨੂੰ ਪਰਮਹੰਸ ਵਾਲਾ ਜੀਵਨ ਮਿਲਿਆ। ਉਹ ਲੱਖਾਂ ਬਲੌਰ ਜਿਹੜੇ ਹੈ ਇੱਕ ਸੁੱਚੇ ਮੋਤੀ ਤੋਂ ਤਿਆਰ ਕਰ ਦਿੰਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਤੂੰ ਆਪਣੀ ਟਿਕ ਟਿਕਾ ਲਾ ਕੇ ਰੱਖ ਪਰਮਾਤਮਾ ਦੇ ਦਰ ਤੇ, ਸ਼ਬਦ ਤੇ। ਜਿਸ ਦਿਨ ਤੈਨੂੰ ਗੁਰੂ ਤੋਂ ਸ਼ਬਦ ਮਿਲਿਆ, ਗੁਰੂ ਤੋਂ ਸ਼ਬਦ ਮਿਲਿਆ, ਤੇ ਉਸੇ ਦਿਨ ਉਸੇ ਸ਼ਬਦ ਤੋਂ ਤੂੰ ਲੱਖਾਂ ਬਲੌਰ ਪੈਦਾ ਕਰਨੇ ਨੇ। ਗੁਰੂ ਤੋਂ ਸ਼ਬਦ ਜਿਸ ਦਿਨ ਮਿਲਿਆ, ਇੱਕ ਰਾਖਸ਼ ਬੁੱਧੀ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਾ ਕੇ ਮਿਲਦੇ ਨੇ। ਇੱਕ ਸ਼ਬਦ ਮਿਲਿਆ, ਇੱਕੋ ਬਚਨ ਕੌਡੇ ਰਾਖਸ਼ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੋਂ ਮਿਲਿਆ। ਇੱਕ ਬਚਨ ਮਿਲਦਿਆਂ ਸਾਰ ਹੀ ਸੰਤ ਬਣ ਗਿਆ। ਇੱਕ ਬਚਨ। ਐਲਾਨੀਆਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਇੱਕ ਕਿਨਕਾ, ਇੱਕੋ ਸ਼ਬਦ ਮਿਲਿਆ। ਰਾਖਸ਼ ਤੋਂ ਬੁੱਧੀ ਸੀ ਜਿਹੜੀ, ਉਹ ਸੰਤ ਵਾਲੀ ਬਣ ਗਈ। ਇੱਕੋ ਸ਼ਬਦ ਤੋਂ ਗਿਆਨ ਮਿਲਿਆ, ਤੇ ਸੱਜਣ ਠੱਗ ਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਸੱਜਣ ਬਣਾ ਦਿੱਤਾ ਹੈ। ਇੱਕੋ ਗੱਲ, ਇੱਕੋ ਸ਼ਬਦ ਗੁਰੂ ਦਾ ਤੈਨੂੰ ਮਿਲਿਆ, ਤੇ ਇਸ ਤੋਂ ਤੂੰ ਲੱਖਾਂ ਬਲੌਰ ਪੈਦਾ ਕਰੀ। ਗੁਰੂ ਦਾ ਸ਼ਬਦ ਮਿਲ ਗਿਆ ਜਪਣ ਵਾਸਤੇ, ਤੇ ਹੁਣ ਜਪਦਾ ਰਹਿ, ਜਪਦਾ ਰਹਿ। ਕੋਈ ਦਿਨ ਹੁੰਦਾ ਸੀ
ਜਦੋਂ ਨਾਮ ਕਿਸੇ ਨੂੰ ਸੁਣਾਇਆ ਨਹੀਂ ਜਾਂਦਾ ਹੁੰਦਾ ਸੀ ਤੇ ਨਾਮ ਨੂੰ ਕੋਈ ਜਪ ਨਹੀਂ ਸਕਦਾ ਹੁੰਦਾ ਸੀ। ਐਸਾ ਤੇ ਦਸ਼ਰਥ ਦੇ ਕੋਲ ਆਏ ਸੀ ਸਾਧੂ ਜੀ, ਕਹਿਣ ਲੱਗੇ ਜੀ ਜਦ ਮੈਂ ਨਾਮ ਜਪਣ ਬੈਠਦਾ ਤੇ ਜਿਹੜੇ ਇਹ ਤੁੱਛ ਬੁੱਧੀ ਵਾਲੇ ਮਨੁੱਖ ਨੇ ਨਾ, ਇਹ ਸਾਰੇ ਦੇ ਸਾਰੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਨੇ, ਮੈਨੂੰ ਤੰਗ ਕਰਦੇ ਨੇ, ਤੇ ਤੁਸੀਂ ਮੈਨੂੰ ਫੌਜ ਦਿਓ, ਤੁਹਾਡੀ ਫੌਜ ਮੈਂ 4 ਚਫੇਰੇ ਲਾ ਕੇ ਫਿਰ ਮੈਂ ਬਹਿ ਕੇ ਨਾਮ ਜਪਾਂਗਾ। ਤੇ ਚੇਤੇ ਰੱਖਣਾ ਕਿ ਇਕੱਲੇ ਤੁਸੀਂ ਫੌਜ ਨਾ ਭੇਜਿਓ, ਫੌਜ ਦੇ ਨਾਲ ਰਾਮ ਜੀਆਂ ਨੂੰ ਵੀ ਭੇਜਿਓ, ਉਹ ਵੀ ਆਉਣ, ਫਿਰ ਮੈਂ ਨਾਮ ਜਪਾਂਗਾ। ਫੌਜ ਲਾਈ ਗਈ, ਰਾਮ ਜੀ ਖੁਦ ਗਏ, ਫਿਰ ਜਾ ਕੇ ਉਹ ਸਾਧੂ ਨੇ ਕਿਤੇ ਨਾਮ ਜਪਣਾ ਸ਼ੁਰੂ ਕੀਤਾ। ਫੌਜ ਲਾ ਕੇ ਅਜੋਕੇ ਸਮੇਂ ਦੇ ਵਿੱਚ ਜੇ ਨਾਮ ਜਪਣਾ ਹੋਵੇ, ਕੋਈ ਫੌਜ ਲਾਉਣ ਦੀ ਲੋੜ ਨਹੀਂ ਹੈ, ਕੋਈ ਲੋੜ ਨਹੀਂ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਸਿੱਖ ਨੂੰ ਤੇ ਬਣਾਇਆ ਵੀ ਐਸਾ ਹੈ, ਇਹਨੂੰ ਲੋੜ ਹੀ ਨਾ ਪਵੇ। ਤੂੰ ਨਾਮ ਜਪ, ਅਗਰਵਾਈਜ਼ ਜੇ ਤੈਨੂੰ ਕੋਈ ਨਾਮ ਜਪਣ ਤੋਂ ਹਟਾਉਂਦਾ ਹੈ, ਉਹਨੂੰ ਇੱਕ ਵਾਰੀ ਟੋਕ ਦੇ। ਚਲੋ ਦੂਸਰੀ ਵਾਰ ਹੈ, ਉਹਨੂੰ ਪਿਆਰ ਦੇ ਨਾਲ ਸਮਝਾ ਦੇ, ਇਹ ਕਰਮ ਨਹੀਂ ਕਰਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਸਿੱਖ ਨੂੰ ਸੰਤ ਬਣਾਇਆ, ਉੱਥੇ ਸਿਪਾਹੀ ਵੀ ਬਣਾਇਆ। ਜੇ ਤੀਜੀ ਵਾਰ ਤੈਨੂੰ ਕੋਈ ਨਾਮ ਜਪਦੇ ਨੂੰ ਰੋਕਣ ਵਾਸਤੇ ਆਵੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤਲਵਾਰ ਚੁੱਕ ਕੇ ਉਹਦੀ ਧੌਣ ਵੱਢ ਦੇ। ਸੰਤ ਵੀ ਬਣਾਇਆ, ਸਿਪਾਹੀ ਵੀ ਬਣਾਇਆ, ਫਿਰ ਦੇਰ ਕਰਨ ਦੀ ਲੋੜ ਨਹੀਂ ਹੈ। ਤੈਨੂੰ ਕੋਈ ਅਹਿਲਕਾਰ ਪਹਿਰੇ ਲਗਾਉਣ ਦੀ ਲੋੜ ਨਹੀਂ ਆਪਣੇ ਕੋਲ, ਤੂੰ ਖੁਦ ਇੱਕ ਸਿਪਾਹੀ ਹੈ, ਤੂੰ ਖੁਦ ਇੱਕ ਸਿਪਾਹੀ, ਉਹ ਵੀ ਸਿਪਾਹੀ ਬਿਲਕੁਲ ਤਰੋ ਤਾਜ਼ਾ, ਬਿਲਕੁਲ ਤਿਆਰ ਬਰ ਤਿਆਰ ਸਿਪਾਹੀ। ਉਹ ਵੀ ਇੱਕ ਸ਼ਬਦ ਮਿਲਿਆ ਗੁਰੂ ਦਾ, ਉਹ ਤੋਂ ਲੱਖਾਂ ਬਲੌਰ ਪੈਦਾ ਕਰਦੀ। ਗੁਰਦੁਆਰਾ ਹੋਏ ਸੋਝੀ ਪਾਈ ਸੀ, ਗੁਰਦੁਆਰੇ ਦੇ ਵਿੱਚੋਂ ਤੈਨੂੰ ਇੱਕ ਸ਼ਬਦ ਮਿਲਿਆ, ਇਹ ਸ਼ਬਦ ਦਾ ਵਰਤਾਰਾ ਤੂੰ ਆਪਣੇ ਘਰ ਦੇ ਵਿੱਚ ਜਾ ਕੇ ਕਰਦਾ ਰਹੀਂ, ਸ਼ਬਦ ਦਾ ਵਰਤਾਰਾ ਆਪਣੇ ਘਰ ਦੇ ਵਿੱਚ ਕਰਦਾ ਰਹੀਂ। ਸਾਰੇ ਪਰਿਵਾਰ ਨੂੰ ਵਰਤਾਈ, ਇੱਕੋ ਸੁੱਚੇ ਮੋਤੀ ਤੋਂ ਲੱਖਾਂ ਬਲੌਰ ਪੈਦਾ ਕਰਦੀ। ਜਿਸ ਦਿਨ ਗੁਰੂ ਦਾ ਸ਼ਬਦ ਤੂੰ ਆਪਣੀ ਝੋਲੀ ਦੇ ਵਿੱਚ ਜਾ ਕੇ ਆਪਣੇ ਪਰਿਵਾਰ ਦੇ ਵਿੱਚ ਉਸ ਨੂੰ ਦੇ ਦਿੱਤਾ, ਉਸੇ ਦਿਨ ਤੇਰੇ ਘਰ ਦੇ ਵਿੱਚ ਪਰਮਹੰਸ ਹੀ ਪੈਦਾ ਹੁੰਦੇ ਰਹਿਣਗੇ। ਬੋਲੋ ਸਤਨਾਮ। ਉਸੇ ਦਿਨ ਤੇਰੇ ਘਰ ਦੇ ਵਿੱਚ ਪਰਮਹੰਸ ਪੈਦਾ ਹੋਣਗੇ, ਵਰਨਾ ਤੇਰੇ ਘਰ ਦੇ ਵਿੱਚ ਜਿਹੜੀ ਪੈਦਾਇਸ਼ ਹੋਊਗੀ, ਇਹ ਕੋਈ ਬਹੁਤੇ ਚੰਗੇ ਮਨੁੱਖਾਂ ਦੀ ਨਹੀਂ ਹੋਵੇਗੀ। ਦੂਸਰਾ ਜੀਵਨ ਹੈ ਬਗਲੇ ਦਾ, ਕਿਉਂਕਿ ਪਰਮਹੰਸ ਦਾ ਰੰਗ ਵੀ ਚਿੱਟਾ ਹੈ ਤੇ ਬਗਲੇ ਦਾ ਰੰਗ ਵੀ ਚਿੱਟਾ ਹੈ। ਬਗਲੇ ਦੀ ਵੀ ਓਨੀ ਉੱਚੀ ਧੌਣ ਹੈ, ਕਿਉਂਕਿ ਪਰਮਹੰਸ ਦਾ ਜਿਹੜਾ ਪਹਿਚਾਣ ਹੈ, ਉਹਦੀ 1.25 ਗਿੱਠ ਉੱਚੀ ਧੌਣ ਹੁੰਦੀ ਹੈ, ਤੇ ਬਗਲੇ ਦੀ ਵੀ ਓਨੀ ਹੈ। ਬਾਹਰੀ ਦਿਖਾਵੇ ਦੇ ਵਿੱਚ ਬਗਲਾ ਤੇ ਪਰਮਹੰਸ ਦੋਨੇ ਇੱਕੋ ਜਿਹੇ ਦਿਸਦੇ ਨੇ, ਦੋਨਾਂ ਦਾ ਇੱਕੋ ਜਿਹਾ ਦਿਸਣਾ ਹੈ। ਫਰਕ ਕਿੱਥੇ ਹੈ? ਫਰਕ ਸਿਰਫ ਉਹਨਾਂ ਦੀ ਸੋਚ ਤੇ ਖੜੀ ਹੈ। ਗੁਰਬਾਣੀ ਨੇ ਪ੍ਰਵਾਨ ਬਖਸ਼ਿਸ਼ ਕੀਤੇ ਨੇ ਕਿ ਪਰਮਹੰਸ ਜਿਹੜਾ ਹੈ ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦਾ ਹੈ, ਬੱਗ ਡੱਡਾਂ ਭਾਲਣ ਜਾਵੇ। ਬਗਲਾ ਜਿਹੜਾ ਹੈ, ਇਹਨੂੰ ਸੁੱਚੇ ਮੋਤੀਆਂ ਦੀ ਕੋਈ ਕੀਮਤ ਨਹੀਂ ਹੈ ਇਹਦੇ ਸਾਹਮਣੇ। ਇਹ ਹਮੇਸ਼ਾ ਡੱਡਾਂ ਨੂੰ ਭਾਲਦਾ ਫਿਰਦਾ ਰਹਿੰਦਾ ਹੈ, ਛੋਟੇ ਮੋਟੇ ਕੀੜੇ ਮਕੌੜੇ ਲੱਭਦਾ ਫਿਰਦਾ ਰਹਿੰਦਾ ਹੈ। ਇਹਨੂੰ ਸੁੱਚੇ ਮੋਤੀ ਬਾਰੇ ਕੋਈ ਗਿਆਨ ਨਹੀਂ ਹੈ। ਫਰਕ ਸਿਰਫ ਕੱਲੀ ਸੋਚ ਦਾ ਹੈ ਕਿ ਬਗਲੇ ਦੀ ਸੋਚ ਆਪਣੇ ਨਾਲ ਹੈ ਤੇ ਪਰਮਹੰਸ ਦੀ ਸੋਚ ਆਪਣੇ ਨਾਲ ਹੈ ਦੋਨੇ ਇੱਕੋ ਜਿਹੇ।
ਇੱਕੋ ਜਿਹਾ ਰੰਗ, ਇੱਕੋ ਜਿਹਾ ਇਹਨਾਂ ਦੇ ਤਾਣ ਉੱਚੀ, ਹੈ ਦੋਨੇ ਹੀ ਇੱਕੋ ਜਿਹੇ, ਪਰ ਫਰਕ ਇਹਨਾਂ ਦੀ ਇਕੱਲੀ ਸੋਚ ਦਾ ਹੈ ਕਿ ਇੱਕ ਸੁੱਚੇ ਮੋਤੀ ਤੋਂ ਬਿਨਾਂ ਕਿਸੇ ਚੀਜ਼ ਨੂੰ ਆਪਣੀ ਚੁੰਝ ਨਹੀਂ ਲਾਉਂਦਾ, ਇੱਕ ਨੂੰ ਕੀੜੇ ਮਕੌੜੇ ਮਿਲ ਜਾਣ, ਡੱਡਾ ਮਿਲ ਜਾਣ, ਜੋ ਵੀ ਮਿਲ ਗਿਆ ਉਹ ਸਭ ਕੁਝ ਛਕੀ ਤੁਰਿਆ ਜਾਂਦਾ ਹੈ। ਇੱਕ ਸਿਰਫ ਤੇ ਸਿਰਫ ਆਪਣੇ ਪੇਟ ਭਰਨ ਵਾਸਤੇ ਲੱਗਿਆ ਹੋਇਆ ਹੈ, ਇੱਕ ਸੁੱਚਾ ਮੋਤੀ ਲੱਭ ਕੇ ਉਹ ਤੋਂ ਲੱਖਾਂ ਬਲੌਰ ਪੈਦਾ ਕਰਨ ਤੇ ਲੱਗਿਆ ਹੋਇਆ ਹੈ। ਇੱਕ ਗੁਰਮੁਖ ਸੱਜਣ ਜਨ ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਵਰਤਾਰਾ ਕਰਦਾ ਹੈ ਤਾਂ ਕਿ ਇਸ ਤੋਂ ਲੱਖਾਂ ਬਲੌਰ ਪੈਦਾ ਹੋ ਜਾਣ, ਕੋਈ ਹੋਰ ਵੀ ਗੁਰਸਿੱਖ ਬਣ ਜਾਵੇ। ਇੱਕ ਸਿਰਫ ਤੇ ਸਿਰਫ ਆਪਣੇ ਪੇਟ ਭਰਨ ਵਾਸਤੇ ਤੱਕ ਸਹਿਮਤ ਹੋਇਆ ਪਿਆ ਹੈ। ਉਹਨੇ ਆਪਣਾ ਸਿਰਫ ਪੇਟ ਭਰਿਆ, ਨਾ ਉਹਨੇ ਕਦੇ ਗੁਰਬਾਣੀ ਪੜ੍ਹੀ ਹੈ, ਨਾ ਕਦੇ ਗੁਰਬਾਣੀ ਕਿਸੇ ਨੂੰ ਸੁਣਾਈ ਹੈ, ਨਾ ਉਹਨੇ ਕਦੇ ਕਥਾ ਕੀਤੀ ਹੈ, ਨਾ ਕਦੇ ਕਿਸੇ ਨੂੰ ਕਥਾ ਸੁਣਾਈ ਹੈ, ਨਾ ਕੋਈ ਧਾਰਮਿਕ ਗ੍ਰੰਥ ਉਹਨੇ ਆਪਣੇ ਹੱਥਾਂ ਦੇ ਵਿੱਚ ਚੱਕਿਆ। ਮਾਫ ਕਰਨਾ, ਨਾ ਹੀ ਕਦੇ ਇਹਨਾਂ ਦੇ ਅੰਮ੍ਰਿਤ ਵੇਲੇ ਤੇ ਸੰਧਿਆ ਦੇ ਟਾਈਮ ਤੇ ਹੱਥਾਂ ਦੇ ਵਿੱਚ ਗੁਟਕਾ ਸਾਹਿਬ ਆਇਆ। ਤੇ ਜੇ ਹੱਥ ਦੇ ਵਿੱਚ ਗੁਟਕਾ ਸਾਹਿਬ ਆਵੇ ਅੰਮ੍ਰਿਤ ਵੇਲੇ, ਸੰਧਿਆ ਦੇ ਟਾਈਮ ਹੱਥ ਦੇ ਵਿੱਚ ਗੁਟਕਾ ਹੋਵੇ ਗੁਰਮੁਖ ਸੱਜਣ ਦੇ, ਤੇ ਫਿਰ ਤਾਂ ਸੋਚ ਬਦਲ ਕੇ ਫਿਰ ਤੇ ਪਰਮਹੰਸ ਵਾਲਾ ਜੀਵਨ ਬਣ ਜਾਵੇ। ਵਰਨਾ ਹੁਣ ਪਰਮਹੰਸ ਵਾਲਾ ਜੀਵਨ ਕਿੱਥੋਂ ਬਣੇ? ਹੁਣ ਤੇ ਬਗਲਿਆਂ ਦੀ ਤਰ੍ਹਾਂ ਕੀੜਾ ਮਿਲ ਗਿਆ ਉਹਨੂੰ ਵੀ ਖਾ ਲਿਆ, ਕੋਈ ਡੱਡੂ ਮਿਲ ਗਿਆ ਉਹਨੂੰ ਵੀ ਖਾ ਲਿਆ, ਛੋਟੇ ਤੋਂ ਛੋਟਾ ਜਾਨਵਰ ਜੋ ਵੀ ਮਿਲ ਗਿਆ ਉਹ ਸਭ ਨੂੰ ਖਾ ਲਿਆ, ਇਹਨੇ ਛੱਡਿਆ ਕਿਸੇ ਨੂੰ ਨਹੀਂ ਹੈ। ਇਹ ਸਭ ਨੂੰ ਖਾਂਦਾ ਤੁਰਿਆ ਫਿਰਦਾ ਹੈ, ਇਹ ਸਭ ਨੂੰ ਖਾਂਦਾ ਹੈ। ਬਗਲਾ ਜੋ ਹੋਇਆ, ਤੇ ਮਾਫ ਕਰਨਾ, ਪਰਮਹੰਸ ਕਦੇ ਕੋਈ ਇਲਾਕੇ ਦੇ ਵਿੱਚ ਆਵੇ ਤੇ ਸਾਰੀ ਦੀ ਸਾਰੀ ਦੁਨੀਆ ਉਸ ਨੂੰ ਪੂਜਣ ਵਾਸਤੇ ਭੱਜਦੀ ਹੈ, ਬਗਲੇ ਨੂੰ ਤੇ ਆਪਣੇ ਘਰ ਦੇ ਵਿੱਚ ਕੋਈ ਦਰਖਤ ਤੇ ਵੀ ਨਹੀਂ ਬੈਠਣ ਦਿੰਦਾ। ਪੁਰਾਣੇ ਬਜ਼ੁਰਗ ਬਗਲਿਆਂ ਨੂੰ ਆਪਣੇ ਘਰ ਵਿੱਚ ਨਹੀਂ ਬੈਠਣ ਦਿੰਦੇ ਸੀ, ਦਰਖਤ ਤੇ ਨਹੀਂ ਬੈਠਣ ਦਿੰਦੇ ਸਨ, ਕਿਉਂਕਿ ਬਗਲਾ ਇਹ ਜਿਹੜਾ ਵਿਸ਼ਟਾ ਕਰਦਾ ਹੈ, ਗੰਦਗੀ ਕਰਦਾ ਹੈ, ਇਹਦੇ ਵਿੱਚੋਂ ਲਗਾਤਾਰ ਬਦਬੂ ਆਉਂਦੀ ਰਹਿੰਦੀ ਹੈ ਤੇ ਨਿਰੰਤਰ ਲਗਾਤਾਰ ਇਹ ਰਾਤ ਨੂੰ ਬੋਲਦਾ ਰਹਿੰਦਾ ਹੈ ਬਗਲਾ। ਆਪ ਜੀ ਸਿਆਣਿਓ ਇਹਨਾਂ ਗੱਲਾਂ ਦਾ, ਬਗਲੇ ਬਾਰੇ ਆਪ ਜੀਆਂ ਨੂੰ ਪਤਾ ਹੋਊਗਾ, ਕਿਉਂਕਿ ਬਗਲਿਆਂ ਦੀਆਂ ਵੱਡੀਆਂ ਵੱਡੀਆਂ ਡਾਰਾਂ ਹਰ ਇੱਕ ਨਗਰ, ਖੇੜੇ, ਸ਼ਹਿਰ, ਕਸਬਿਆਂ ਦੇ ਵਿੱਚ ਵਸਦੀਆਂ। ਪਰਮਹੰਸ ਕਦੇ ਇੱਕੋ ਸਟੇਟ ਦੇ ਵਿੱਚ ਕਦੇ ਇੱਕ ਅੱਧਾ ਪਰਮਹੰਸ ਹੁੰਦਾ ਹੈ, ਹਰੇਕ ਜਗ੍ਹਾ ਤੇ ਪਰਮਹੰਸਾਂ ਦੀ ਵੱਡੀ ਡਾਰ ਨਹੀਂ ਹੁੰਦੀ। ਦੁਨੀਆ ਲੱਭਦੀ ਹੈ ਕਿ ਸਾਰੇ ਦੇ ਸਾਰੇ ਚੰਗੇ ਨੇ, ਇਹ ਬਗਲਿਆਂ ਦੀਆਂ ਡਾਰਾਂ ਸਮਝ ਲੈਂਦੇ ਕਿ ਪਰਮਹੰਸ ਹੀ ਨੇ। ਪਰਮਹੰਸ ਦੀਆਂ ਬਹੁਤੀਆਂ ਵੱਡੀਆਂ ਡਾਰਾਂ ਨਹੀਂ ਹੁੰਦੀਆਂ, ਇੱਕ ਅੱਧਾ ਕਦੇ ਪਰਮਹੰਸ ਹੁੰਦਾ ਹੈ। ਐਵੇਂ ਦੁਨੀਆ ਵੀ ਭੁਲੇਖਿਆਂ ਦੇ ਵਿੱਚ ਪੈ ਜਾਂਦੀ ਹੈ ਕਿ ਸ਼ਾਇਦ ਇਹ ਪਰਮਹੰਸ ਨੇ, ਪਰਮਹੰਸ ਸਮਝ ਕੇ ਉਹਨਾਂ ਦੇ ਮਗਰ ਲੱਗ ਜਾਂਦੀ ਹੈ, ਤੇ ਜਿੱਥੇ ਉਹ ਡੁੱਬੇ ਹੁੰਦੇ ਨੇ ਦੁਨੀਆ ਨੂੰ ਵੀ ਲੈ ਡੁੱਬਦੇ ਨੇ। ਆਪ ਡੁੱਬੇ ਚਾਹੋ ਵੇਦ ਮੈਂ ਚੇਲੇ ਦੀਏ ਬਹਾਏ, ਗੁਰੂ ਦਾ ਸ਼ਬਦ, ਕਿ ਉਹਨਾਂ ਦਾ ਮਤਲਬ ਹੈ ਕਿ ਜੋ ਉਹਨਾਂ ਨੂੰ ਮਿਲ ਗਿਆ ਖਾਣਾ ਸਿਰਫ ਤੇ ਸਿਰਫ ਆਪਣੇ ਪੇਟ ਦੀ ਪੂਰਤੀ ਕਰਨੀ ਹੈ, ਹੋਰ ਕੁਛ ਨਹੀਂ ਕਰਨਾ ਬਗਲਿਆਂ ਨੇ। ਪਰਮਹੰਸ ਆਪਣੇ ਪੇਟ ਦੀ ਪੂਰਤੀ ਨਹੀਂ ਕਰਦਾ, ਸੁੱਚੇ ਮੋਤੀ ਨੂੰ ਅੰਦਰ ਲਿਜਾ ਕੇ ਉਸ ਦੀ ਵਿਸ਼ਟਾ ਗੰਦਗੀ ਨਹੀਂ ਬਣਾਉਂਦਾ ਪਰਮਹੰਸ, ਉਹ ਤੋਂ ਲੱਖਾਂ ਬਲੌਰ ਪੈਦਾ ਕਰਦਾ ਹੈ। ਗੁਰਸਿੱਖ ਦਾ ਜੀਵਨ ਜਿਹੜਾ ਹੈ ਇਹ ਪਰਮਹੰਸ ਵਾਲਾ ਜੀਵਨ ਪਰਮਾਤਮਾ ਨੇ ਬਖਸ਼ਿਆ। ਤੇ ਜਦੋਂ ਕੋਈ ਮਨੁੱਖ ਸ਼ਬਦ ਅਭਿਆਸ ਦੇ ਵਿੱਚ ਬਹਿੰਦਾ ਹੈ, ਉਦੋਂ ਪਰਮਾਤਮਾ ਜਿਹੜਾ ਹੈ ਇਹ ਪਰਮਹੰਸ ਦੇ ਜੀਵਨ ਵਾਲਾ ਦਰਵਾਜ਼ਾ ਖੋਲ੍ਹਦੇ ਨੇ। ਮਿਲਣਾ ਇਹ ਜਪੋ ਤਾਂ ਏਕੋ ਨਾਮਾ, ਨਾਮ ਜਪ ਕੇ ਹੀ ਸਭ ਕੁਝ ਮਿਲਣਾ ਹੈ। ਨਾਮ ਜਪ ਕੇ, ਜੇ ਨਾਮ ਨਹੀਂ ਜਪਿਆ, ਸ਼ਬਦ ਅਭਿਆਸ ਨਹੀਂ ਜਪਿਆ ਹੋਇਆ, ਤੇ ਕੀਤੀ ਹੋਈ ਸੇਵਾ ਵੀ ਬੰਦੇ ਨੂੰ ਹੰਕਾਰੀ ਬਣਾਊਗੀ। ਪੜ੍ਹੀ ਹੋਈ ਇਸ ਦੀ ਵਿਦਿਆ, ਕੀਤੀ ਹੋਈ ਇਸ ਦੀ ਕਥਾ ਮਨੁੱਖ ਨੂੰ ਹੰਕਾਰੀ ਬਣਾਵੇਗੀ। ਪੜ੍ਹੀ ਹੋਈ ਗੁਰਬਾਣੀ ਇਸ ਦੀ ਇਹਨੂੰ ਹੰਕਾਰੀ ਬਣਾਵੇਗੀ, ਬਿਨਾਂ ਜਪ ਤੋਂ ਜਿਹੜੇ ਕਰਦੇ ਨੇ। ਤੇ ਜੇ ਜਪ ਹੈ
ਤੋ ਜਪ ਦੇ ਨਾਲ ਅਗਾਹਾਂ ਵਾਲੇ ਦਰਵਾਜ਼ੇ ਸਾਰੇ ਦੇ ਸਾਰੇ ਖੁੱਲ੍ਹਦੇ ਤੁਰੇ ਜਾਂਦੇ ਨੇ। ਬੰਦੇ ਦੇ ਅੰਦਰ ਨਿਮਰਤਾ ਪੈਦਾ ਹੁੰਦੀ ਤੁਰੀ ਜਾਂਦੀ ਹੈ, ਨਿਮਰਤਾ ਪੈਦਾ ਹੁੰਦੀ ਤੁਰੀ ਜਾਂਦੀ ਹੈ। ਇੱਕ ਦਿਨ ਐਸਾ ਆਉਂਦਾ ਹੈ ਕਿ ਜਿਸ ਦਿਨ ਲਗਾਤਾਰ ਨਿਮਰਤਾ ਪੈਦਾ ਹੁੰਦੀ ਰਹਿੰਦੀ ਹੈ, ਇੱਕ ਦਿਨ ਸਾਕਸ਼ਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਰੂਪ ਹੀ ਬਣ ਜਾਂਦਾ ਮਨੁੱਖ। ਭੇਦ ਨਾ ਜਾਣੋ ਮਾਨਸ ਦੇਹਾ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਐਸਾ ਤੇ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਕਹਿੰਦੀ ਹੈ। ਤੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਇਹਨਾਂ ਦਾ ਸਰੀਰ ਦਾ ਆਕਾਰ ਇੱਕੋ ਜਿਹਾ ਹੈ, ਪਰਮਹੰਸ ਦਾ ਤੇ ਬਗਲੇ ਦਾ। ਇਹਨਾਂ ਦੀਆਂ ਧੌਣਾਂ ਵੀ ਇੱਕੋ ਜਿਹੀਆਂ ਨੇ, ਪਰ ਇਹਨਾਂ ਦੀ ਜਿਹੜੀ ਅੰਦਰਲੀ ਸੋਚ ਹੈ ਉਹਦੇ ਵਿੱਚ ਫਰਕ ਹੈ। ਬਗਲਾ ਡੱਡਾਂ ਕੀੜੇ ਮਕੌੜੇ ਖਾ ਕੇ ਰਾਜੀ ਆਪਣੇ ਪੇਟ ਦੀ ਪੂਰਤੀ ਕਰਦਾ ਹੈ। ਪਰਮਹੰਸ ਸੁੱਚੇ ਮੋਤੀ ਤੋਂ ਬਿਨਾਂ ਕਿਸੇ ਵੀ ਚੀਜ਼ ਨੂੰ ਆਪਣੀ ਚੁੰਝ ਲਾ ਕੇ ਉਹਨੂੰ ਗੰਦੀ ਨਹੀਂ ਕਰਦਾ, ਉਹ ਸਿਰਫ ਤੇ ਸਿਰਫ ਸੁੱਚੇ ਮੋਤੀ ਤੱਕ ਸਹਿਮਤ ਰਹਿੰਦਾ ਹੈ। ਸਮਾਪਤੀ ਦਾ ਸਮਾਂ ਹੋ ਗਿਆ। ਸੋ ਆਪ ਜੀ ਸਾਰੇ ਅਸੀਂ ਪੜ੍ਹੇ ਲਿਖੇ ਹਾਂ, ਸੂਝਵਾਨ ਹਾਂ। ਤੋ ਇਹਨਾਂ ਗੱਲਾਂ ਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਇਕੱਲੀ ਅੱਜ ਦੀ ਕਥਾ ਸੁਣ ਲਈ, ਸਾਖੀ ਸੁਣ ਲਈ, ਬਹੁਤ ਵਧੀਆ ਹੋ ਗਿਆ, ਬੜੀ ਵਧੀਆ ਚੰਗੀ ਗੱਲ ਹੈ। ਪਰ ਉਹਨਾਂ ਚੀਜ਼ਾਂ ਦਾ ਕੋਈ ਨਿਚੋੜ ਵੀ ਹੁੰਦਾ ਹੈ। ਮਨੁੱਖ ਨੂੰ ਆਪਣੇ ਆਪ 'ਤੇ ਵੀ ਸੋਚਣਾ ਪੈਂਦਾ ਹੈ ਕਿ ਇਹ ਸਭ ਕੁਝ ਗੁਰੂ ਦੇ ਸ਼ਬਦ ਸੁਣ ਕੇ ਇਹਦੇ ਵਿੱਚੋਂ ਮੈਂ ਕਿਹੜੀ ਸ਼੍ਰੇਣੀ ਦੇ ਵਿੱਚ ਖੜਾਂ। ਇਹ ਮਨੁੱਖ ਨੂੰ ਸੋਚਣਾ ਪਵੇਗਾ ਕਿ ਮੈਂ ਕਿਹੜੀ ਸ਼੍ਰੇਣੀ ਦੇ ਵਿੱਚ ਖੜਾਂ, ਅਤੇ ਜਿਹੜੀ ਮੈਂ ਸ਼੍ਰੇਣੀ ਦੇ ਵਿੱਚ ਖੜ੍ਹਾ ਇਹ ਸ਼੍ਰੇਣੀ ਦੇ ਵਿੱਚ ਮੈਨੂੰ ਕੀ ਕੀ ਸਜ਼ਾਵਾਂ ਮਿਲਣਗੀਆਂ, ਕੀ ਕੀ ਸਜ਼ਾਵਾਂ ਮਿਲਣੀਆਂ ਨੇ, ਕੀ ਕੀ ਇਹ ਸ਼੍ਰੇਣੀ ਦਾ ਮੈਨੂੰ ਫਲ ਮਿਲਣਾ ਹੈ, ਕਿੱਥੇ ਜੇ ਮੈਂ ਖੜ੍ਹਾਂ, ਅਤੇ ਜੇ ਮੈਂ ਕਿੱਥੇ ਖੜ੍ਹਾ ਹੈ ਅਤੇ ਮੈਂ ਚੱਲਣਾ ਕਿਵੇਂ ਆ। ਹੁਣ ਜਪੋ ਤਾਂ ਏਕੋ ਨਾਮਾ ਅਵ ਨਿਰਾਫਲ ਕਾਮਾ। ਨਾਮ ਜਪ ਕੇ ਹੀ ਅਗਾਹਾਂ ਵਾਲੇ ਦਰਵਾਜ਼ੇ ਸਾਰੇ ਜਿਹੜੇ ਨੇ ਉਹ ਮਨੁੱਖਤਾ ਵਾਸਤੇ ਖੁੱਲ੍ਹਦੇ ਨੇ। ਬਿਨਾਂ ਨਾਮ ਜਪਿਆ ਮਨੁੱਖ ਨੂੰ ਅਗਾਹਾਂ ਵਾਲੇ ਦਰਵਾਜ਼ੇ ਨਹੀਂ ਖੁੱਲ੍ਹਦੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਇਹ ਬਗਲੇ ਦਾ ਜੀਵਨ ਅਤੇ ਪਰਮਹੰਸ ਦਾ ਜੀਵਨ ਇੱਕੋ ਜਿਹਾ ਸਰੀਰ ਦਾ ਆਕਾਰ ਹੈ, ਇੱਕੋ ਜਿਹਾ ਇਹਨਾਂ ਦਾ ਰੰਗ ਹੈ, ਪਰ ਇਹਨਾਂ ਦੀ ਸੋਚਣੀ ਦੇ ਵਿੱਚ ਫਰਕ ਹੈ। ਇੱਥੇ ਫਰਕ ਹੈ ਸੋਚਣੀ ਦੇ ਵਿੱਚ। ਇੱਕ ਡੱਡਾਂ ਡੁੱਡਾਂ ਖਾ ਕੇ ਆਪਦਾ ਪੇਟ ਪੂਰਤੀ ਕਰਦਾ, ਇੱਕ ਕੁਛ ਵੀ ਨਹੀਂ ਖਾਂਦਾ ਕਿ ਮੇਰੀ ਚੁੰਝ ਸੁੱਚੇ ਮੋਤੀ 'ਤੇ ਲੱਗੂਗੀ, ਬਿਨਾਂ ਸੁੱਚੇ ਮੋਤੀ ਤੋਂ ਮੈਂ ਆਪਣੀ ਚੁੰਝ ਕਿਸੇ ਵੀ ਵਸਤੂ 'ਤੇ ਨਹੀਂ ਲਾਉਣੀ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਮਾਪਤੀ ਦਾ ਸਮਾਂ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।